ਅੱਜ ਫਗਵਾੜਾ ਦੇ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਇੱਕ ਬੀਜੇਪੀ ਦੇ ਉੱਘੇ ਲੀਡਰ ਦੀ ਦੁਕਾਨ ਦਾ ਉਦਘਾਟਨ ਸੀ। ਸੂਤਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਉਸ ਦੁਕਾਨ ਦਾ ਉਦਘਾਟਨ ਬੀਜੇਪੀ ਦੇ ਨੇਤਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਵਿਜੇ ਸਾਂਪਲਾ ਨੇ ਕਰਨਾ ਸੀ। ਪਰ ਇਸ ਗੱਲ ਦੀ ਭਣਕ ਜਦੋਂ ਕਿਸਾਨ ਜਥੇਬੰਦੀਆਂ ਨੂੰ ਲੱਗੀ ਤਾਂ ਉਹਨਾਂ ਨੇ ਭਾਜਪਾ ਆਗੂਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਉਦਘਾਟਨ ਵਾਲੀ ਜਗ੍ਹਾ ਦੇ ਸਾਹਮਣੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਭਾਜਪਾ ਵਾਲਿਆਂ ਨੇ ਕਿਸਾਨਾਂ ਤੇ ਆਰੋਪ ਲਗਾਇਆ ਕਿ ਉਹਨਾਂ ਦੇ ਉਦਘਾਟਨੀ ਟੈਂਟ ਨੂੰ ਕਿਸਾਨਾਂ ਨੇ ਉਖਾੜਨ ਦੀ ਕੋਸ਼ਿਸ਼ ਕੀਤੀ ਹੈ। ਉੱਥੇ ਹੀ ਕਿਸਾਨ ਜਥੇਬੰਦੀਆਂ ਨੇ ਭਾਜਪਾ ਵਾਲਿਆਂ ਤੇ ਆਰੋਪ ਲਗਾਇਆ ਕਿ ਉਹਨਾਂ ਉੱਤੇ ਬੇਸਬਾਲ ਅਤੇ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਮਾਹੌਲ ਨੂੰ ਨਿਯੰਤਰਿਤ ਕਰਨ ਲਈ ਭਾਰੀ ਪੁਲਿਸ ਫੋਰਸ ਲਗਾ ਦਿੱਤੀ ਗਈ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਸਿਆਸੀ ਆਗੂ ਪਿਛਲੇ 7 ਮਹੀਨਿਆਂ ਤੋਂ ਕਿਸਾਨੀ ਧਰਨਿਆਂ ਵਿੱਚ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੇ ਹਨ, ਪਰ ਅੱਜ ਉਹੀ ਸਿਆਸੀ ਆਗੂ ਜਦੋਂ ਕਿਸਾਨ ਵਿਰੋਧੀਆਂ ਨਾਲ ਬੈਠ ਕੇ ਚਾਹ ਪਕੌੜੇ ਖਾ ਕੇ ਬਾਹਰ ਨਿਕਲੇ ਤਾਂ ਵਿਰੋਧ ਹੋਰ ਤਿੱਖਾ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੇ ਐਸਐਸਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਭਾਰੀ ਪੁਲਿਸ ਫੋਰਸ ਨਾਲ ਪਹੁੰਚ ਕੇ ਦੋਨਾਂ ਧਿਰਾਂ ਨਾਲ ਗੱਲਬਾਤ ਕਰਕੇ ਤਕਰੀਬਨ 4 ਘੰਟਿਆਂ ਬਾਅਦ ਧਰਨਾ ਸਮਾਪਤ ਕਰਵਾ ਦਿੱਤਾ ਗਿਆ। ਫਗਵਾੜਾ ਨਿਊਜ਼ ਟੀਵੀ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਇਹ ਸਾਂਪਲਾ ਜੀ ਔਰ ਸੋਮ ਪ੍ਰਕਾਸ਼ ਜੀ ਦੀ ਆਉਣ ਦੀ ਸਾਨੂੰ ਖਬਰ ਮਿਲੀ ਸੀਗੀ। ਇੱਥੇ ਹਦੀਆਬਾਦ ਇੱਕ ਉਦਘਾਟਨ ਕਰਨਾ ਸੀਗਾ ਉਹਨਾਂ ਨੇ ਸੀਮੈਂਟ ਦੀ ਦੁਕਾਨ ਦਾ। ਸਾਡਾ ਵਿਰੋਧ ਕਰਨ ਦਾ ਮਕਸਦ ਇਹ ਹੈ ਕਿ ਇਹ ਜੋ ਬੀਜੇਪੀ ਦੇ ਵਿੱਚ ਬੈਠੇ ਪੰਜਾਬ ਦੀਆਂ ਰੋਟੀਆਂ ਖਾ ਕੇ ਔਰ ਕਿਸਾਨੀ ਦੇ ਅੰਦੋਲਨ ਨੂੰ ਢਾਹ ਲਾਉਂਦੇ ਔਰ ਇਹ ਆਵਾਜ਼ ਨਹੀਂ ਚੱਕ ਰਹੇ ਕਿਸਾਨੀ ਦੀ ਦਿੱਲੀ ਦੇ ਵਿੱਚ ਜਿਹੜਾ ਇਹਨਾਂ ਦਾ ਨੈਤੀ ਫਰਜ਼ ਬਣਦਾ ਸੀ, ਉਹ ਸਾਰੇ ਆਪਣੇ ਜ਼ਿੰਮੇਵਾਰੀਆਂ ਤੋਂ ਭੱਜ ਕੇ ਇੱਥੇ ਲੋਕਾਂ ਦੀਆਂ ਦੁਕਾਨਾਂ ਦੇ ਕੱਪੜੇ ਦੀਆਂ ਦੁਕਾਨਾਂ, ਬਰਗਰਾਂ ਦੀਆਂ ਰੇਹੜੀਆਂ, ਸੀਮੈਂਟ ਦੀਆਂ ਰੇਤੇ ਬਜਰੀ ਦਾ ਉਦਘਾਟਨ ਕਰਦੇ ਫਿਰਦੇ ਆ। ਅਸੀਂ ਇਹਨਾਂ ਨੂੰ ਯਾਦ ਕਰਾਉਣਾ ਆ ਕਿ ਜੇ ਅੱਜ ਉੱਚੇ ਅਹੁਦਿਆਂ ਤੇ ਤੁਸੀਂ ਬੈਠੇ ਹੋ, ਇਹ ਪੰਜਾਬ ਦੀ ਆਵਾਮ ਨੇ ਤੁਹਾਨੂੰ ਉੱਥੇ ਤੱਕ ਪੜਾਇਆ। ਸੋਮ ਪ੍ਰਕਾਸ਼ ਜੀ ਐਮਪੀ ਬਣ ਕੇ ਗਏ, ਸਾਡੀਆਂ ਵੋਟਾਂ ਨਾਲ ਬਣ ਕੇ ਗਏ। ਅਸੀਂ ਇਹਨਾਂ ਦੀਆਂ ਕੰਪੇਨਾਂ ਵੀ ਲੜੀਆਂ। ਹੁਣ ਉਹੀ ਐਮਪੀ ਸਾਡੀ ਆਵਾਜ਼ ਨਾ ਚੱਕਣ ਤੇ ਦੁੱਖ ਤਾਂ ਲੋਕਾਂ ਦੇ ਵਿੱਚ ਆਉਣਾ ਹੀ ਆਉਣਾ ਹੈ ਤੇ ਇਸ ਗੱਲ ਦਾ ਸਾਨੂੰ ਦੁੱਖ ਸੀਗਾ। ਅੱਜ ਸੰਯੁਕਤ ਰੂਪ 'ਚ ਇਕੱਠੇ ਹੋਏ ਆ ਔਰ ਸਾਂਪਲਾ ਸਾਹਿਬ ਨੂੰ ਅਸੀਂ ਬੇਨਤੀ ਇਹ ਵੀ ਕਰਦੇ ਹਾਂ ਔਰ ਨਾਲ ਜਿਨ੍ਹਾਂ ਨੇ ਇਹਨਾਂ ਨੂੰ ਅਹੁਦੇ ਦਿੱਤੇ ਆ ਦਿੱਲੀ ਸਰਕਾਰ ਨੂੰ ਬੇਨਤੀ ਕਰਦੇ ਆ, ਇਹਨਾਂ ਕੋਲ ਉਹ ਪਵਿੱਤਰ ਇੱਕ ਅਹੁਦਾ ਹੈ ਜਿਹਨੂੰ ਲੈਣ ਵਾਸਤੇ ਪੀੜ੍ਹੀਆਂ ਦੀ ਕਸਾਈ ਹੋ ਜਾਂਦੀ ਹੈ। SC ST ਦੇ ਚੇਅਰਮੈਨ ਨੇ ਔਰ ਦਲਿਤ ਬੱਚਿਆਂ ਦੇ ਨਾਲ ਜਿਹੜਾ ਦੇਸ਼ ਦੇ ਵਿੱਚ ਅਤਿਆਚਾਰ ਥਾਂ ਤੇ ਹੋ ਰਿਹਾ, ਚਾਹੀਦਾ ਤੇ ਸਾਂਪਲਾ ਸਾਹਿਬ ਨੂੰ ਇਹ ਸੀ ਤੁਸੀਂ ਉਦਘਾਟਨ ਨਾ ਕਰਦੇ, ਉਹਨਾਂ ਬੱਚੀਆਂ ਦੀ ਆਵਾਜ਼ ਚੁੱਕਦੇ। ਪੰਜਾਬ 'ਚ ਅਨੇਕਾਂ ਮਸਲੇ ਨੇ ਦਲਿਤ ਬੱਚਿਆਂ ਦੇ, ਇਹਨਾਂ ਨੇ ਉਹਨਾਂ ਦੀ ਆਵਾਜ਼ ਨਹੀਂ ਚੱਕੀ ਕਿਉਂਕਿ ਇਹਨਾਂ ਦੇ ਕੁੜਤੇ ਨੂੰ ਦਾਗ ਲੱਗ ਜਾਂਦਾ, ਮਿੱਟੀ ਪੈਂਦੀ, ਧੂੜ ਪੈਂਦੀ ਆ ਕਿਉਂਕਿ ਦਲਿਤਾਂ ਦੇ ਹਾਲ ਬੜੇ ਮਾੜੇ ਨੇ। ਅੱਗੋਂ 20 ਸਵਾਲ ਕਰਦੇ ਨੇ ਤੇ ਇਹ ਇੱਥੇ ਆਪਣੇ ਚਹੇਤਿਆਂ ਦੇ ਉਦਘਾਟਨ ਕਰਦੇ ਫਿਰਦੇ ਆ। ਕਿਸਾਨ ਕਦੀ ਵੀ ਇਹ ਮਨਜ਼ੂਰ ਨਹੀਂ ਕਰਿਆ। ਕੁਝ ਦੂਜੀ ਪਾਰਟੀਆਂ ਦੇ ਲੀਡਰਾਂ ਦਾ ਵੀ ਵਿਰੋਧ ਇੱਥੇ ਗਿਆ ਹੋਇਆ ਹੈ। ਹਾਂਜੀ, ਉਹਨਾਂ ਦਾ ਵੀ ਅਸੀਂ ਡਟ ਕੇ ਵਿਰੋਧ ਕੀਤਾ। ਕਾਰਨ ਇਹ ਹੈ ਸਾਨੂੰ ਪੱਥਰ ਮਾਰਿਆਂ ਦਾ ਦੁੱਖ ਨਹੀਂ, ਸਾਨੂੰ ਫੁੱਲ ਮਾਰਿਆਂ ਦਾ ਦੁੱਖ ਆ। ਕਾਰਨ ਇਹ ਹੈ ਵੀ ਇਹੀ ਲੀਡਰ ਸਾਡੇ ਧਰਨਿਆਂ ਦੇ ਵਿੱਚ ਆ ਕੇ ਪਿਛਲੇ 7 ਮਹੀਨਿਆਂ ਤੋਂ ਘੁੱਸਪੈਠ ਕਰਕੇ ਬੈਠੇ ਆ ਔਰ ਵਾਰ-ਵਾਰ ਮੰਚ ਤੇ ਤੁਹਾਡੇ ਮੀਡੀਆ ਰਾਹੀਂ ਵੀ ਇਹ ਗੱਲ ਕਹਿੰਦੇ ਆ ਕਿ ਅਸੀਂ ਕਿਸਾਨ ਹਤੈਸ਼ੀਆਂ, ਕਿਸਾਨਾਂ ਦੇ ਹੱਕ 'ਚ ਡਟੇ ਹੋਏ ਆ। ਕਿਹੜੀ ਚੀਜ਼ ਦੀ ਲੋੜ ਸਾਨੂੰ ਦੱਸੋ। ਅੱਜ ਦੁੱਖ ਇਸ ਗੱਲ ਦਾ ਹੋਇਆ, ਅਸੀਂ ਉਹਨਾਂ ਨੂੰ ਵੀ ਚਾਹ ਪਕੌੜੇ ਇੱਥੇ ਖਾਂਦਿਆਂ ਦੇਖਿਆ ਤੇ ਅਸੀਂ ਉਹਨਾਂ ਦੀ ਵੀ ਨਾਅਰੇਬਾਜ਼ੀ ਸਾਰੀ ਸੰਗਤ ਨੇ ਕੀਤੀ ਆ। ਕੋਈ ਹੋਵੇ, ਜੋਗਿੰਦਰ ਸਿੰਘ ਮਾਨ ਹੋਵੇ, ਉਹਦੇ ਸਾਥੀ ਹੋਣ। ਅਕਾਲੀ ਦਲ ਤੋਂ ਵੀ ਇੱਕ ਬੀਬੀ ਇੱਥੇ ਆਈ ਸੀ, MC ਬਣਦੀ ਰਹੀ ਲੰਮੇ ਚਿਰ ਤੋਂ, ਉਹ ਵੀ ਮਜ਼ਦੂਰਾਂ ਦੀ, ਕਿਸਾਨਾਂ ਦੀ ਗੱਲ ਕਰਦੀ ਹੁੰਦੀ ਸੀ। ਪਰ ਜਦੋਂ ਅਸੀਂ ਇਹਨਾਂ ਦੇ ਪਕੌੜੇ ਖਾਂਦੇ ਆ ਉਹਨੂੰ ਵੀ ਦੇਖਿਆ ਤੇ ਵਿਰੋਧ ਅਸੀਂ ਉਹਨਾਂ ਦਾ ਵੀ ਕੀਤਾ। ਕੋਈ ਝੜਪ ਹੋਈ ਆਪਸ ਦੇ ਵਿੱਚ? ਨਹੀਂ, ਐਸੀ ਜੀ ਕੋਈ ਝੜਪ ਨਹੀਂ। ਦੇਖੋ, ਅਸੀਂ 2 ਘੰਟੇ ਹੋ ਗਏ ਆ ਪ੍ਰਸ਼ਾਸਨ ਨੂੰ ਕਿਹਾ ਕਿ ਸਾਨੂੰ ਇਸ ਟੈਂਟ ਦੀ ਪਰਮਿਸ਼ਨ ਦਿਖਾ ਦਿਓ, ਅਸੀਂ ਇੱਕ ਸਾਈਡ ਤੇ ਆਪਣੇ ਸਾਥੀਆਂ ਨੂੰ ਲੈ ਜਾਈਏ। ਸਰਕਾਰੀ ਥਾਂ ਤੇ ਟੈਂਟ ਲੱਗਾ, ਸਾਨੂੰ ਪ੍ਰਸ਼ਾਸਨ ਨੇ ਉਹਦੀ ਮਨਜ਼ੂਰੀ ਤੱਕ ਨਹੀਂ ਦਿਖਾਈ ਔਰ ਫਿਰ ਅਸੀਂ ਬੇਨਤੀ ਕੀਤੀ ਆ, ਦੇਖੋ ਸਾਡੀ ਹਿੱਕ ਦੇ ਉੱਤੇ ਤੁਸੀਂ ਬੂਟੇ ਨਾ ਲਾਓ। ਜਿੰਨਾ ਚਿਰ ਅੰਦੋਲਨ ਚੱਲਦਾ ਉਹਨਾਂ ਚਿਰ ਕੋਈ ਵੀ ਬੀਜੇਪੀ ਦੇ ਬੰਦਿਆਂ ਨੂੰ ਸੱਦ ਕੇ ਉਦਘਾਟਨ ਨਾ ਕਰੇ। ਤੁਹਾਡੇ ਮੀਡੀਆ ਰਾਹੀਂ ਅਸੀਂ ਹੱਥ ਜੋੜ ਕੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ। ਦੇਖੋ, ਪਿਛਲੇ 10 ਮਹੀਨਿਆਂ ਤੋਂ ਤਕਰੀਬਨ ਸ਼ਹਿਰ ਦਾ ਮਾਹੌਲ ਫਗਵਾੜੇ ਦਾ ਬਹੁਤ ਵਧੀਆ ਹੈ।
ਔਰ ਅਸੀਂ ਵੀ ਚਾਹੁੰਦੇ ਹਾਂ ਇਹਨੂੰ ਵਧੀਆ ਬਣਾ ਕੇ ਰੱਖੀਏ। ਕਾਰਨ ਇਹ ਹੈ ਕਿ ਅਸੀਂ ਇੱਥੇ ਸਦਾ ਹੀ ਰਹਿਣਾ ਹੈ, ਸਾਡਾ ਛੋਟਾ ਜਿਹਾ ਸ਼ਹਿਰ ਹੈ, ਸਾਰਿਆਂ ਦੀ ਭਾਈਚਾਰਕ ਸਾਂਝ ਹੈ, ਪਰ ਜਿਹੜਾ ਵੀ ਇਹਨੂੰ ਵਿਗਾੜਨ ਦੀ ਕੋਸ਼ਿਸ਼ ਕਰੇਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ। ਕਹਿੰਦੇ ਜੀ ਇੰਡੀਵਿਜੂਅਲ ਫੰਕਸ਼ਨ ਹੈ ਸੀਗਾ, ਕਿਸੇ ਪਾਰਟੀ ਦਾ ਫੰਕਸ਼ਨ ਨਹੀਂ ਸੀ, ਇਹ ਬੀਜੇਪੀ ਦਾ ਪਾਰਟੀ ਦਾ ਸਾਡਾ ਪਰਸਨਲ ਫੰਕਸ਼ਨ ਸੀ, ਇੱਥੇ ਵਿਰੋਧ ਕਰਨਾ ਨਹੀਂ ਸੀ ਤੁਸੀਂ। ਇੰਡੀਵਿਜੂਅਲ ਸੀਗਾ, ਇੰਡੀਵਿਜੂਅਲ ਇਹਨਾਂ ਦਾ ਪ੍ਰੋਗਰਾਮ ਸੀਗਾ। ਇਹ ਵੇਚਦੇ ਕੀ ਹੈ? ਰੇਤਾ, ਬਜਰੀ ਤੇ ਉਹਦੇ ਨਾਲ ਦਾ ਮਟੀਰੀਅਲ। ਉਹ ਲੈਂਦਾ ਕੌਣ ਹੈ? ਉਹ ਲੈਂਦੇ ਨੇ ਪਿੰਡ ਦੇ ਮਜ਼ਦੂਰ ਕਿਸਾਨ। ਜੇ ਇੰਡੀਵਿਜੂਅਲ ਸੀਗਾ ਇਹ ਪਿੰਡਾਂ ਦੇ ਲੋਕਾਂ ਨੂੰ ਸੱਦਦੇ, ਮਜ਼ਦੂਰਾਂ ਨੂੰ ਸੱਦਦੇ। ਸਾਂਪਲੇ ਨੇ ਇੱਥੋਂ ਇਹਨਾਂ ਦੀਆਂ ਇੱਟਾਂ ਨਹੀਂ ਲੈ ਕੇ ਜਾਣੀਆਂ, ਸੋਮ ਪ੍ਰਕਾਸ਼ ਨੇ ਇੱਥੋਂ ਰੇਤਾ ਨਹੀਂ ਲੈ ਕੇ ਜਾਣਾ। ਜਿਹੜੇ ਜਮਾਤ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੀ ਦੁਸ਼ਮਣ ਜਮਾਤ ਹੈ, ਬੱਚਾ ਬੱਚਾ ਜਾਣਦਾ, ਤੁਸੀਂ ਉਹਨਾਂ ਦੇ ਹੱਥੋਂ ਉਦਘਾਟਨ ਕਰਾਉਂਗੇ, ਫਿਰ ਇਹ ਇੰਡੀਵਿਜੂਅਲ ਨਹੀਂ ਰਹਿ ਜਾਊਗਾ, ਇਹ 86 ਬਣ ਜਾਊਗਾ। ਹੁਣ ਅਗਲਾ ਕਦਮ ਕੀ ਹੈ ਤੁਹਾਡਾ ਜੀ? ਅਸੀਂ ਇੱਥੇ ਸ਼ਾਂਤਮਈ ਢੰਗ ਨਾਲ ਬੈਠੇ ਹਾਂ। ਇਹ ਸਾਰਾ ਮਸਲਾ ਸੰਯੁਕਤ ਮੋਰਚੇ ਦੇ ਧਿਆਨ 'ਚ ਚਲਾ ਗਿਆ। ਹੁਣ ਜੋ ਸੰਯੁਕਤ ਮੋਰਚਾ ਸਾਨੂੰ ਉੱਥੋਂ ਸੁਨੇਹਾ ਦੇਗਾ, ਜੇ ਉਹ ਕਹੇਗਾ ਕਿ ਧਰਨਾ ਹੁਣੇ ਚੁੱਕ ਦਿਓ, ਅਸੀਂ ਹੁਣੇ ਚੁੱਕ ਦੇਣਾ। ਜੇ ਕਹੂਗਾ ਵੀ ਇਹਨੂੰ ਮਹੀਨਾ ਚਲਾਉਣਾ ਤੇ ਅਸੀਂ ਇਸ ਧਰਨੇ ਨੂੰ ਮਹੀਨਾ ਇੱਕ ਚਲਾਵਾਂਗੇ। ਪਤਾ ਲੱਗਾ ਵੀ ਕੁਝ ਵਿਅਕਤੀਆਂ ਵੱਲੋਂ ਬੇਸ ਪਲਾਟ ਲੈ ਕੇ ਇਹਨਾਂ ਨੂੰ ਤੁਹਾਨੂੰ ਭਜਾਉਣ ਦੀ ਕੋਸ਼ਿਸ਼ ਵੀ ਕੀਤੀ। ਹਾਂਜੀ, ਉਹ ਤੁਸੀਂ ਮੀਡੀਆ ਨੇ ਵੀ ਸ਼ਾਇਦ ਕਵਰ ਕੀਤਾ ਹੋਵੇਗਾ। ਮਾੜਾ ਮੋਟਾ ਨਾਅਰੇਬਾਜ਼ੀ ਇੱਥੇ ਜ਼ਰੂਰ ਹੋਈ ਹੈ। ਉਹ ਵੀ ਜਦੋਂ ਅਕਾਲੀ ਦਲ ਦੀ MC ਸਰਬਜੀਤ ਕੌਰ ਤੇ ਮਾਨ ਸਾਹਿਬ ਇੱਥੋਂ ਨਿਕਲਿਆ, ਉਦੋਂ ਲੋਕਾਂ 'ਚ ਗੁੱਸਾ ਆ ਗਿਆ, ਕਿਉਂਕਿ ਇਹ ਸਾਡੇ ਵਿੱਚ ਆ ਕੇ ਬੈਠਦੇ ਸੀ। ਉਹਨਾਂ ਦੀ ਨਾਅਰੇਬਾਜ਼ੀ ਜਿਹੜੀ ਸੰਗਤ ਨੇ ਕੀਤੀ ਹੈ, ਦੇਖੋ ਝੰਡੇ ਜਿਹੜੇ ਆ ਉਹ ਡੰਡਿਆਂ ਦੇ ਵਿੱਚ ਹੀ ਸੋਭਦੇ ਆ। ਡੰਡੇ ਤਾਂ ਸਾਡੇ ਕੋਲ ਝੰਡਿਆਂ ਦੇ ਵਿੱਚ ਵਾਲੇ ਆ ਨਾ ਜੀ, ਸਪੈਸ਼ਲ ਹਥਿਆਰ ਤਾਂ ਨਹੀਂ ਅਸੀਂ ਲੈ ਕੇ ਆਏ, ਪਰ ਇਹਨਾਂ ਵੱਲੋਂ ਬੇਸਬਾਲ ਤੇ ਤਲਵਾਰਾਂ ਦਿਖਾਈਆਂ ਗਈਆਂ ਇਹਨਾਂ ਦੇ ਗੁੰਡਿਆਂ ਵੱਲੋਂ, ਉਹ ਸਾਡੇ ਤੋਂ ਬਰਦਾਸ਼ਤ ਨਹੀਂ ਹੋਣੀ। ਧੰਨਵਾਦ ਜੀ ਸਾਰੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਇਹ ਤਣਾਅਪੂਰਨ ਮਾਹੌਲ ਹੋਇਆ ਹੈ, ਸਾਡੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ, ਸਾਡਾ ਸਿਰਫ ਵਿਰੋਧ ਹੈ ਬੀਜੇਪੀ ਸਰਕਾਰ ਦਾ। ਸਾਂਪਲੇ ਨੇ ਤੇ ਸੋਮ ਪ੍ਰਕਾਸ਼ ਨੇ ਸਾਡੀ ਆਵਾਜ਼ ਚੁੱਕਣੀ ਪਾਰਲੀਮੈਂਟ 'ਚ। ਉਹ ਕਦੀ ਉਦਘਾਟਨ ਬਾਥਰੂਮਾਂ ਦਾ ਕਰਦਾ ਹੈ, ਕਦੇ ਕੱਚੇ ਬਨਾਨਾ ਦੇ ਸ਼ੋਰੂਮਾਂ ਦਾ ਕਰਦਾ ਹੈ, ਕਦੀ ਰੇਤਾ ਬਜਰੀ ਦਾ ਕਰਦਾ ਹੈ। ਅਸੀਂ ਤੇ ਉਹਨਾਂ ਦਾ ਵਿਰੋਧ ਕਰਨ ਆਏ ਸੀਗੇ, ਪਰ ਇੱਥੇ ਮਾਹੌਲ ਤਣਾਅਪੂਰਨ ਤਾਂ ਹੋਇਆ ਕਿ ਉਧਰੋਂ ਬੰਦੇ, ਸਾਡੇ ਕੋਲ ਵੀਡੀਓ ਨੇ, ਉਹਨਾਂ ਦੇ ਬੰਦੇ ਬੇਸਬਾਲ ਲੈ ਕੇ ਹੋਰ, ਤੇ ਉਹ ਪੂਰਾ ਰੋਜ਼ ਸੀਗੇ ਲੜਨ ਲਈ। ਪਰ ਸਾਡੇ ਕਿਸਾਨ ਇੰਨੇ ਮੂਰਖ ਨਹੀਂ, ਸਿਆਣੇ ਆ, ਉਹ ਕਦੀ ਕਿਸੇ ਦੇ ਨਾਲ ਨਿੱਜੀ ਵਿਰੋਧ ਸਾਡਾ ਕਿਸੇ ਨਾਲ ਨਹੀਂ। ਸਾਡੇ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਅਸੀਂ ਬੀਜੇਪੀ ਦਾ ਡਟ ਕੇ ਵਿਰੋਧ ਕਰਾਂਗੇ ਤੇ ਕਰਦੇ ਰਵਾਂਗੇ। ਬਹੁਤ ਹੀ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਪੂਰਵ ਨਗਰ ਕੌਂਸਲ ਪ੍ਰਧਾਨ ਸ਼੍ਰੀ ਭਲੋਦਰ ਸਿੰਘ ਦੁੱਗਲ ਜੀ ਦੇ ਬੇਟੇ ਦੀ ਅੱਜ ਦੁਕਾਨ ਦੀ ਓਪਨਿੰਗ ਸੀ, ਟਕਸ ਸੈਨੀਟੇਸ਼ਨ ਦੀ। ਤਾਂ ਉਸ ਮੌਕੇ ਤੇ ਸਾਰੇ ਹੀ ਘਰ ਦੇ ਮੈਂਬਰ ਸਾਰੇ ਇਕੱਠੇ ਹੋਏ ਸੀ। ਕੋਈ ਇਹ ਪੋਲੀਟੀਕਲ ਫੰਕਸ਼ਨ ਨਹੀਂ ਸੀ, ਘਰ ਦਾ ਫੰਕਸ਼ਨ ਸੀ, ਘਰੇਲੂ ਫੰਕਸ਼ਨ ਸੀ। ਉਸ ਫੰਕਸ਼ਨ ਦੇ ਵਿੱਚ ਆ ਕੇ ਕੁਝ ਸ਼ਰਾਰਤੀ ਅਨਸਰਾਂ ਨੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਹਨਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਇਦਾਂ ਅਸੀਂ ਆਪਣੇ ਸਮਾਜ ਦਾ, ਆਪਣੇ ਪੰਜਾਬ ਦਾ ਉਹ ਮਾਹੌਲ ਪੁਰਾਣਾ ਨਾ ਲੈ ਆਈਏ, ਜਿਹਦਾ ਇੱਕ ਵਾਰੀ ਫੇਰ ਸਾਨੂੰ ਦੁਖਦ ਉਹ ਸਮਾਂ ਦੇਖਣਾ ਪਵੇ। ਅੱਜ ਜੋ ਉਹਨਾਂ ਨੇ ਕੀਤਾ ਉਹ ਸਿੱਧਾ ਹੀ ਗੁੰਡਾਗਰਦੀ ਦਾ ਨੰਗਾ ਨਾਚ ਸੀ। ਉਹਦੇ ਵਿੱਚ ਦੋ ਤਿੰਨ ਆਪਣੇ ਆਪ ਨੂੰ ਕਿਸਾਨ ਜੋ ਆਗੂ ਕਹਾਉਂਦੇ ਆ, ਸਹੀ ਮੈਨੇ ਜੋ ਕਿਸਾਨ ਆਗੂ ਨਹੀਂ, ਉਹ ਗੁੰਡਾ ਅਨਸਰ ਆ ਜਿਨ੍ਹਾਂ ਨੇ ਆ ਕੇ ਅੱਜ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ। ਮੈਂ ਪੁਲਿਸ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵੀ ਇਦਾਂ ਦੇ ਬੰਦਿਆਂ ਤੇ ਨੱਥ ਪਾਈ ਜਾਵੇ, ਕਿਉਂਕਿ ਇਦਾਂ ਦੇ ਬੰਦੇ ਹੀ ਕੱਲ ਨੂੰ ਫਿਰ ਸਾਡਾ ਪੰਜਾਬ ਦਾ ਕਾਲਾ ਟਾਈਮ ਜੋ ਆ ਉਹ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰਦੇ ਆ। ਜਿੱਥੇ ਮੈਂ ਸਮਝਦਾ ਵੀ ਇਹ ਕੋਈ ਕਿਸਾਨਾਂ ਵਾਲਾ ਕੋਈ ਮਸਲੇ ਵਾਲੀ ਗੱਲ ਐਡੀ ਨਹੀਂ ਸੀਗੀ। ਇਹ ਕੋਈ ਸ਼ਰਾਰਤੀ ਅਨਸਰ ਜਾਣ ਜਾਣ ਕੇ ਕੋਈ ਰਾਜਨੀਤਿਕ ਲਾਭ ਲੈਣ ਦੀ ਖਾਤਰ ਆਪਣੇ ਆਪ ਨੂੰ ਮੋਹਰੀ ਰੱਖ ਕੇ ਆਪ ਲੀਡਰ ਬਣਨਾ ਚਾਹੁੰਦੇ ਆ। ਐਸੇ ਲੋਕਾਂ ਕੋ ਸਮਾਜ ਨੂੰ, ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਆ, ਤਾਂ ਕਿ ਸਾਡਾ ਜੋ ਆਪਸੀ ਭਾਈਚਾਰਾ ਆ ਉਹ ਬਣਿਆ ਰਹੇ। ਤੁਹਾਡੇ ਵੱਲੋਂ ਕੋਈ ਲਿਖਤੀ ਸ਼ਿਕਾਇਤ ਵੀ ਦਿੱਤੀ ਜਾਊਗੀ ਜੀ? ਦੇਖੋ ਜੀ, ਅਸੀਂ ਪੁਲਿਸ ਸ਼ਿਕਾਇਤ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ। ਸਭ ਕੁਝ ਜੋ ਕੁਝ ਹੋਇਆ ਪ੍ਰੈਸ ਦੇ ਸਾਹਮਣੇ ਹੋਇਆ, ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਹੋਇਆ। ਪੁਲਿਸ ਪ੍ਰਸ਼ਾਸਨ ਨੇ ਸਭ ਕੁਝ ਦੇਖਿਆ। ਹੁਣ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਪੁਲਿਸ ਵਾਲੀ ਦੇਖ। ਸਰ, ਜਿਹੜਾ ਟੈਂਟ ਤੋੜਿਆ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਤਾਂ ਇਹੀ ਤੁਹਾਨੂੰ ਕਿਹਾ ਵੀ ਇਹ ਤਾਂ ਹੁਣ ਇੱਕ ਤਰ੍ਹਾਂ ਦਾ ਨਿੱਜੀ ਹਮਲਾ ਹੋ ਗਿਆ ਨਾ, ਕੋਈ ਇਹ ਪੋਲੀਟੀਕਲ ਫੰਕਸ਼ਨ ਤਾਂ ਹੈ ਨਹੀਂ ਸੀ। ਅੱਜ ਉਹ ਦੁਕਾਨ ਦੇ ਫੰਕਸ਼ਨ ਦੇ ਉੱਤੇ ਆ ਕੇ ਉਹਨਾਂ ਨੇ ਹਮਲਾ ਕੀਤਾ, ਕੱਲ ਨੂੰ ਸਾਡੇ ਘਰ ਦੇ ਵਿੱਚ ਵੀ ਵੜਨ ਦੀ ਕੋਸ਼ਿਸ਼ ਕਰਨਗੇ ਤਾਂ ਇਹਨਾਂ ਕੀ ਹੋਏਗਾ? ਸਮਾਜ ਦਾ ਮਾਹੌਲ ਖਰਾਬ ਹੋਏਗਾ ਨਾ। ਤਾਂ ਐਸੇ ਮਾਹੌਲ ਨੂੰ ਬਚਾਉਣ ਦੀ ਖਾਤਰ ਐਸੇ ਬੰਦਿਆਂ ਦੇ ਉੱਤੇ ਨਕੇਲ ਕਸਣੀ ਬਹੁਤ ਜ਼ਰੂਰੀ ਹੈ। ਇਹਦੇ ਬਾਰੇ 'ਚ ਪ੍ਰਸ਼ਾਸਨਿਕ ਅਮਲਾ ਜਿਹੜਾ ਹੈ, ਪ੍ਰਸ਼ਾਸਨ ਨੇ ਪੂਰਾ ਆਪਣਾ ਜ਼ੋਰ ਲਗਾਇਆ ਹੈ ਕਿ ਕਿਸੇ ਵੀ ਕਿਸਮ ਦਾ ਇੱਥੇ ਤਕਰਾਰ ਨਾ ਹੋਵੇ, ਔਰ ਸਹੀ ਵੀ ਰਿਹਾ ਹੈ। ਲੇਕਿਨ ਅਸਲ ਵਿੱਚ ਜਿਹੜਾ ਕਿਸਾਨਾਂ ਦਾ ਜਿਹੜਾ ਪ੍ਰਦਰਸ਼ਨ ਸੀ, ਕਿਸਾਨ ਜਿਹੜਾ ਹੈਗਾ ਆ ਉਹ ਪਿਛਲੇ ਸਾਲ 1.5 ਸਾਲ ਤੋਂ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਉਹ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ ਪ੍ਰਦਰਸ਼ਨ ਕਰ ਰਿਹਾ ਜੀ, ਉਹ ਜਿਸ ਗੱਲ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆ, ਉਹ ਹਲੇ ਤੱਕ ਵੀ ਉਹ ਗੱਲ ਕਿਸੇ ਤਣ ਪਤਣ ਲੱਗੇ ਨਹੀਂ। ਉਹਦੇ ਕਰਕੇ ਜਦੋਂ ਪ੍ਰਦਰਸ਼ਨ ਇਹਨੇ ਲੰਬੇ ਹੋ ਜਾਂਦੇ ਆ, 1.5 ਸਾਲ ਹੋ ਗਿਆ
ਤੇ ਉਹ ਜਿਹੜਾ ਪੇਸ਼ੈਂਸ ਲੈਵਲ ਉਹ ਵੀ ਘਟ ਜਾਂਦਾ। ਫਿਰ ਨਿੱਕੀ ਨਿੱਕੀ ਗੱਲ ਜਿਹੜਾ ਆਪਾਂ ਪੰਜਾਬੀ ਦਾ ਮੁਹਾਵਰਾ ਨਾ ਆਪਾਂ ਕਹਿੰਦੇ ਵੀ ਦੁੱਧ ਦਾ ਸੜਿਆ ਜਿਹੜਾ ਉਹ ਲੱਸੀ ਫੂਕ ਫੂਕ ਪੀਂਦਾ, ਤੇ ਉਹ ਗੱਲ ਸੀਗੀ। ਇੱਥੇ ਵੀ ਮਿਸ ਅੰਡਰਸਟੈਂਡਿੰਗ ਹੋ ਗਈ ਵੀ ਇੱਕ ਪ੍ਰਾਈਵੇਟ ਫੰਕਸ਼ਨ ਹੈ ਇਹਦੇ, ਬਿਲਕੁਲ ਮੈਂ ਇੱਥੇ ਬੈਠਾ ਬਤੌਰ ਐਸਐਸਪੀ ਕਪੂਰਥਲਾ, ਆਪਣਾ ਬੰਦੇ ਨੇ ਆਪਣਾ ਜਿਹੜਾ ਹੈਗਾ ਆ ਉਹ ਉਹਨਾਂ ਨੇ ਕੋਈ ਉਦਘਾਟਨ ਰੱਖਿਆ ਸੀਗਾ ਮਿਸਟਰ ਦੁੱਗਲ ਨੇ, ਸੈਨੀਟਰੀ ਦੀ ਤੇ ਕੋਈ ਸ਼ੌਪ ਹੈਗੀ ਆ, ਤੇ ਉਹ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਜਿਹਦੇ ਕਰਕੇ ਕਿਸਾਨ ਵੀ ਇਕੱਠੇ ਹੋ ਗਏ। ਹੁਣ ਮੈਂ ਆਪ ਖੁਦ ਪਹੁੰਚ ਗਿਆ ਸੀ, ਮੇਰੇ ਤੋਂ ਪਹਿਲਾਂ ਐਸਪੀ ਫਗਵਾੜਾ, ਡੀਐਸਪੀ ਫਗਵਾੜਾ, ਉਹਨਾਂ ਨੇ ਜਿਹੜੀ ਸਥਿਤੀ ਆ ਕੰਟਰੋਲ 'ਤੇ ਰੱਖੀ ਹੈਗੀ। ਫਿਰ ਮੈਂ ਐਡੀਸ਼ਨਲ ਫੋਰਸ ਲੈ ਕੇ ਆਪ ਆ ਗਿਆ ਸੀ, ਐਸਪੀ ਹੈੱਡਕੁਆਟਰ ਮੇਰੇ ਨਾਲ ਆਏ ਹੈਗੇ, ਤੇ ਅਸੀਂ ਦੋਨਾਂ ਨਾਲ ਧਿਰਾਂ ਨਾਲ ਗੱਲ ਕਰ ਲਈ ਹੈ। ਦੋਨੇ ਦੀ ਧਿਰਾਂ ਸਮਝ ਗਈਆਂ, ਸਾਰੇ ਦੋਨੇ ਪਾਸੇ ਸਮਝਦਾਰ ਬੰਦੇ ਸੀਗੇ, ਤੇ ਉਹਦੇ ਮੁਤਾਬਕ ਉਹ ਜਿਹੜਾ ਮਸਲਾ ਡਿਫਿਊਜ਼ ਕਰ ਲਿਆ। ਮਾਮਲਾ ਕੁਝ ਦੇਰ ਤੱਕ ਤਣਾਅਪੂਰਨ ਇਹ ਮਸਲਾ ਹੈਗਾ, ਇਹ 1.5 ਸਾਲ ਤੋਂ ਤਣਾਅ ਚੱਲ ਰਿਹਾ, ਤੇ ਹਮੇਸ਼ਾ ਜਿਹੜਾ ਲਾਅ ਐਂਡ ਆਰਡਰ ਦਾ ਮਸਲਾ ਤਣਾਅਪੂਰਨ ਹੀ ਹੁੰਦਾ ਹੈ। ਨੋ ਡਾਊਟ ਇੱਥੇ ਵੀ ਤਣਾਅ ਆਇਆ ਸੀਗਾ, ਕੁਝ ਪਲ ਲਈ ਇੱਦਾਂ ਦਾ ਤਣਾਅ ਬਣਿਆ ਸੀ, ਇਸੇ ਕਰਕੇ ਮੈਂ ਰਸ਼ ਕਰਕੇ ਆਪ ਪਹੁੰਚਿਆ, ਤੇ ਆ ਕੇ ਮੈਂ ਦੋਨਾਂ ਧਿਰਾਂ ਨਾਲ ਗੱਲ ਕੀਤੀ ਹੈਗੀ ਆ। ਬਹੁਤ ਅੱਛੇ ਮਾਹੌਲ 'ਚ ਗੱਲ ਹੋਈ ਹੈ ਦੋਨਾਂ ਧਿਰਾਂ ਦੇ ਨਾਲ। ਐਸਐਸਪੀ ਸਾਹਿਬ ਇੱਕ ਧਿਰ ਵੱਲੋਂ ਜਿਹੜੀ ਇਹ ਕਾਰਵਾਈ ਦੀ ਮੰਗ ਕੀਤੀ ਹੈ ਕਿ ਉਹ ਕਾਰਵਾਈ ਵੀ ਕੀਤੀ ਜਾ ਰਹੀ ਕਿਸੇ ਧਿਰ ਦੇ ਉੱਤੇ? ਜਿਹੜਾ ਸਾਰਾ ਕੁਝ ਹੈਗਾ ਜੀ, ਵੀ ਇੱਕ ਧਿਰ ਨੇ ਆ ਕਿਹਾ, ਦੂਜੀ ਨੇ ਆ ਕਿਹਾ, ਉਹ ਸਾਰੀਆਂ ਗੱਲਾਂ ਅਸੀਂ ਨੋਟ ਕੀਤੀਆਂ। ਇਸ ਵੇਲੇ ਪੁਲਿਸ ਦਾ ਕੰਮ ਹੈਗਾ ਸਿਚੁਏਸ਼ਨ ਕੰਟਰੋਲ ਕਰਨੀ, ਉਹਨੂੰ ਡਿਫਿਊਜ਼ ਕਰਨਾ, ਉਹਨੂੰ ਖਤਮ ਕਰਨਾ। ਉਹ ਤੋਂ ਬਾਅਦ ਇਹ ਸਾਰੀਆਂ ਗੱਲਾਂ ਜਿਹੜੀਆਂ ਜਿੱਦਾਂ ਸਾਡੇ ਕੋਲ ਜਿਹੜੀਆਂ ਵੀ ਐਪਲੀਕੇਸ਼ਨ ਆਉਣਗੀਆਂ, ਅਸੀਂ ਉਹਨੂੰ ਜੋ ਸੱਚ ਹੋਇਆ ਉਹਦੇ ਮੁਤਾਬਕ ਕਰ ਰਹੇ ਹਾਂ। ਕੀ ਦੋਨੇ ਧਿਰ ਵੱਲੋਂ ਕਿਸੇ ਵੱਲੋਂ ਕੋਈ ਹੁਣ ਤੱਕ ਪੁਲਿਸ ਨੂੰ ਸ਼ਿਕਾਇਤ ਆਈ ਹੈ? ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਜੀ, ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਆਈ। ਬਟ ਜਿੱਦਾਂ ਵੀ ਅਸੀਂ ਹੁਣ ਆਪਣਾ ਸਭ ਦੇਖੋ, ਸਾਡਾ ਦੋਨਾਂ ਧਿਰਾਂ ਦਾ ਵੀ ਤੇ ਮੇਰਾ ਵੀ ਤੁਹਾਡਾ ਵੀ ਇਸ ਵੇਲੇ ਸਾਡਾ ਮਸਲਾ ਜਿਹੜਾ ਹੈਗਾ ਉਹ ਲਾਅ ਐਂਡ ਆਰਡਰ ਮੇਨਟੇਨ ਕਰਨਾ। ਲਾਅ ਐਂਡ ਆਰਡਰ ਮੇਨਟੇਨ ਹੈ। ਹੁਣ ਉਹਨਾਂ ਨੇ ਕਿਸਾਨਾਂ ਨੇ ਆਪਣਾ, ਮੇਰਾ ਖਿਆਲ ਤੁਸੀਂ ਦੇਖ ਕੇ ਆਏ ਹੋਣੇ ਬਾਹਰ, ਉਹ ਧਰਨਾ ਖਤਮ ਹੋ ਗਿਆ। ਹਾਂਜੀ ਹਾਂਜੀ ਹਾਂ, ਜੇ ਤੁਸੀਂ ਕਹਿ ਰਹੇ ਆ ਤਾਂ ਉਹਨਾਂ ਨੇ ਧਰਨਾ ਆਪਣਾ ਸਾਡੀ ਮੀਟਿੰਗ ਤੋਂ ਬਾਅਦ ਖਤਮ ਕਰ ਦਿੱਤਾ ਹੈਗਾ। ਜਿਹੜਾ ਉਹਨਾਂ ਦਾ ਫੰਕਸ਼ਨ ਹੈਗਾ ਉਹ ਬਿਲਕੁਲ ਪੀਸਫੁਲੀ ਚੱਲ ਰਿਹਾ ਹੈਗਾ, ਮਾਹੌਲ ਠੀਕ ਹੋ ਗਿਆ। ਥੈਂਕ ਯੂ। Subscribe now and press the bell icon. Never miss an update.